बिस्मिल्लाहिर्रहमानिर्रहीम। जम्मू ने राह ते काले ने राह 8 आने दे पा जनरल ज़ियाउल हक दा दौर सी। जम्मू ने राह ते काले ने राह 5 रुपये पा। ये मॉडल टाउन ਦੀਆਂ ਗਲੀਆਂ ਦੇ ਵਿੱਚ ਉਦੋਂ ਆਵਾਜ਼ ਪੈਂਦੀ ਸੀ। ਜਨਰਲ ਮੁਸ਼ਰਫ ਦਾ ਦੌਰ ਸੀ। ਜੰਮੂ ਨੇ ਰਾਹ ਤੇ ਕਾਲੇ ਨੇ ਰਾਹ 80 ਰੁਪਏ ਪਾ। ਇਹ 80 ਰੁਪਏ ਪਾ ਹੈ ਜੀ ਹੁਣ ਇਸ ਵੇਲੇ ਜਮਹੂਰੀ ਦੌਰ 'ਚ 2019 ਦੇ ਵਿੱਚ। ਤੇ ਇਹ 80 ਉੱਥੇ ਚਲੇ ਜਾਂਦੇ ਆ। ਅਸਲ ਹੈ ਜੀ ਇਹ ਦੇਖੋ ਜਾਮਣ ਦੇ ਦਰਖਤ ਹੈ ਤੇ ਇਹ ਪੌੜੀ ਦੇਖੋ ਆਸਮਾਨਾਂ ਨੂੰ ਚੜੀ ਆ ਦਰਖਤ ਤੇ। ਇਹ ਚੜ੍ਹਦੇ ਆ ਮੁੰਡੇ ਉੱਤੇ। ਜਾਮਣ ਦਾ ਜਿਹੜਾ ਹੁੰਦਾ ਨਾ ਜੀ ਦਰਖਤ, ਇਹਦੀ ਲੱਕੜ ਬਹੁਤ ਕਮਜ਼ੋਰ ਹੁੰਦੀ ਆ। ਇਹ ਐਵੇਂ ਗਰਮੀ ਨਾਲ ਥੱਲੇ ਆ ਜਾਂਦਾ ਬਗੈਰ ਵਜ਼ਨ ਤੋਂ, ਬਗੈਰ ਕਿਸੇ ਗੱਲ ਤੋਂ। ਬੜਾ ਰਿਸਕ ਹੈ ਇਹਨੂੰ, ਇਹਦੇ ਤੇ ਚੜ੍ਹਨਾ, ਇਹਨੂੰ ਤੋੜਨਾ। ਇਹਦੇ ਵਾਸਤੇ ਆ 40-40 ਫੁੱਟੀਆਂ ਪੌੜੀਆਂ ਬਣਾਉਂਦੇ ਆ ਇਹ ਸਪੈਸ਼ਲ ਮਹਿੰਗੀਆਂ। ਉਹ ਮੁੰਡਾ ਉਤਰ ਰਿਹਾ, ਝੋਲੀਆਂ ਲਾਈਆਂ, ਕੱਲਾ ਕੱਲਾ ਤੋੜਨਾ। ਇਹਦੇ ਤੋਂ ਪਹਿਲੇ ਇਹਨਾਂ ਨੂੰ ਗੁੱਡਣਾ, ਇਹਨਾਂ ਨੂੰ ਸਪਰੇਆਂ ਕਰਨੀਆਂ, ਇਹਨਾਂ ਦੀ ਹਿਫਾਜ਼ਤ ਕਰਨੀ, ਇਹਨਾਂ ਨੂੰ ਪਾਣੀ ਲਾਉਣਾ। ਇਹ ਪੱਕ ਗਏ ਤੇ ਇਕੱਲਾ ਇਕੱਲਾ ਦਾਣਾ ਤੋੜਨਾ। ਇਹ ਉਹ ਤੋੜਦੇ ਨਜ਼ਰ ਆ ਰਹੇ ਆ। ਫਿਰ ਇਹਨਾਂ ਨੂੰ ਸਾਰਟ ਕਰਨਾ ਜੀ। ਉਹਦੇ ਤੋਂ ਬਾਅਦ ਫਿਰ ਇਹ ਮੰਡੀ ਜਾਣੇ ਆ। ਮੰਡੀ ਜਾਣੇ ਤੇ ਜਿਹੜੇ ਬਾਗਬਾਨ ਆ ਇਹਨਾਂ ਦੇ ਤੇ ਜਾਂਦੇ ਬੜੇ ਸਸਤੇ। ਪੁੱਛਦੇ ਆ ਜੇ ਦੱਸ ਦੇਵੇ। ਅੱਛਾ, ਇੱਕ ਭਾਈ ਹੁਣ ਇੱਥੇ ਚੜਿਆ, ਜਿਹੜਾ ਉੱਤੇ ਚੜਿਆ ਇਹਦਾ ਨਾਂ ਕੀ ਬਈ? ਇਹ ਮੁਹੰਮਦ ਅਸ਼ਰਫ ਸਾਹਿਬ ਆ। ਇੱਕ ਉਧਰ ਇੱਕ ਚੜਿਆ ਹੈ ਬਗੈਰ ਪੌੜੀ ਤੋਂ, ਉਹਦਾ ਕੀ ਨਾਂ ਹੈ? ਮੁਸਤਕੀਮ ਸਾਹਿਬ ਜੀ। ਕਿੱਥੇ ਕਿਤੇ ਜਾਮਣ ਚ ਲੁਕੇ ਹੋਏ ਦੇਖਦੇ ਆ ਜੇ ਦਿਸ ਪਏ ਤਾਂ। ਬੋਲੀ ਯਾਰ ਤੂੰ ਕਿੱਥੇ ਗਾ, ਤੇਰਾ ਪਤਾ ਲੱਗੇ। ਉਹ ਚੜਿਆ ਜੀ, ਉਹ ਦਿਸਦਾ ਜੀ ਹਿੱਲਦਾ। ਇਹ ਬੰਦਾ ਬਹੁਤੇ ਰਿਸਕ ਦੇ ਨਾਲ ਬਗੈਰ ਪੌੜੀ ਤੋਂ ਅੱਲਾਹ ਤਾਲਾ ਆਪਣੇ ਹਿਫਜ਼ੋ ਅਮਾਨ ਦੇ ਵਿੱਚ ਰੱਖੇ। ਇੱਕ ਹੋਰ ਲੱਗਦਾ ਚੜਿਆ, ਇੱਕ ਹੋਰ ਵੀ ਚੜਿਆ ਜੀ। ਇਹ ਬੰਦੇ ਕਾਫੀ ਚੜੇ ਆ। ਕਿੱਥੇ? ਹਾਂਜੀ, ਇੱਕ ਉਹ ਵੀ ਹੈ। ਲਓ, ਉਹਦੀ ਤਾਂ ਸ਼ਕਲ ਵੀ ਆ ਸਕਦੀ ਹੈ ਨਾ। ਇਹ ਦੇਖੋ ਜੀ ਮੁੰਡਾ ਕੱਲਾ ਕੱਲਾ ਦਾਣਾ ਤੋੜ ਰਿਹਾ। ਦੂਸਰੇ ਪਾਸਿਓਂ ਦੇਖਦੇ ਜੀ ਦਿਸੇ। ਨਿੱਕਿਆ ਤੇਰਾ ਕੀ ਨਾਂ ਬਈ? ਰਜ਼ਵਾਨ। ਇਹ ਜੀ ਰਜ਼ਵਾਨ ਸਾਹਿਬ ਹੈ। ਇਹ ਦੇਖੋ ਕੱਲਾ ਕੱਲਾ ਜਾਮਣ ਵਿੱਚ ਡਿੱਗੀ ਵੀ ਜਾਂਦੇ ਆ, ਵਿੱਚ ਟੁੱਟਦੇ ਆ। ਇਹ ਪੌੜੀਆਂ ਲਾ ਕੇ ਉਸ ਤਰ੍ਹਾਂ ਇਹ ਤੋੜਨੇ ਜੀ। ਇਹ ਝੋਲੀਆਂ ਮਖਸੂਸ ਕਿਸਮ ਦੀਆਂ ਇਹਨਾਂ ਤੇ। ਉਹਦੇ ਤੋਂ ਬਾਅਦ ਅਗਲਾ ਮਰਹਲਾ ਜਿਹੜਾ ਨਾ ਜੀ ਉਹ ਇਹ ਹੈ ਜੀ, ਛਾਂਟੀ ਕਰਨ ਡਏ ਆ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਗ੍ਰੇਡਿੰਗ। ਇਹ ਹੋ ਰਹੀ ਜਨਾਬ ਗ੍ਰੇਡਿੰਗ। ਇਹ ਗ੍ਰੇਡਿੰਗ ਹੋ ਰਹੀ ਹੈ ਜੀ। ਇਹ ਟੋਕਰੇ ਭਰ ਲਏ ਆ। ਇਹਦੇ ਵਿੱਚ ਕੱਚੀ, ਪੱਕੀ, ਮੋਟੀ, ਛੋਟੀ ਅਲੱਗ ਕੈਟਾਗਰੀਆਂ ਕਰਨੀਆਂ ਇਹਨਾਂ ਦੀ। ਇਹ ਹੁਣ ਮੰਡੀ ਲਿਜਾਣੇ ਜੀ? ਕਿਹੜੀ ਮੰਡੀ ਜਾਣੇ ਆ? ਇਹ ਬਦਾਮੀ ਬਾਗ ਜੀ। ਬਦਾਮੀ ਬਾਗ ਮੰਡੀ ਜਾਣੇ ਜੀ। ਲਾਹੌਰ ਸ਼ਹਿਰ 'ਚ 80 ਰੁਪਏ ਪਾ ਮਿਲਣ ਡੇ ਆ। ਅੱਠੂ ਚੌਕਾ 32, 320 ਰੁਪਏ ਕਿਲੋ। ਤੇ ਇਹਨਾਂ ਦਾ ਪਤਾ ਨਹੀਂ ਹੁਣ ਧੜੀ ਇੰਨੇ ਦੀ ਜਾਂਦੀ। ਕਿੰਨੇ ਦੀ ਧੜੀ ਚੱਲ ਜਾਂਦੀ ਜੀ? 150 ਦੀ, ਪੌਣੇ 200 ਦੀ ਧੜੀ ਕਹਿੰਦੇ ਜੀ 5 ਕਿਲੋ ਨੂੰ। ਉਹ 150 ਤੋਂ ਪੌਣੇ 200 ਦੀ 5 ਕਿਲੋ ਵਿਕਦੀ ਆ। ਤੇ ਜਿਸ ਵੇਲੇ ਇਹਦੇ ਕੋਲੋਂ ਆੜਤੀ ਤੋਂ ਜਿਸ ਵੇਲੇ ਜਾਂਦੇ ਨਾ ਪਰਚੂਨ ਵਾਲੇ ਕੋਲ, ਫਿਰ ਕੋਈ ਵੀ ਫਸਲ ਹੋਵੇ, ਸਿਰਫ ਜਾਮਣ ਨਹੀਂ, ਉਹਨੂੰ ਲੱਗ ਜਾਂਦੇ ਪਰ। ਤੇ ਉਹ ਫਿਰ 80 ਰੁਪਏ 70 ਰੁਪਏ ਆਮ ਵਿਕਣ ਡਿਆ ਹੈ। ਕਿਉਂ ਲੋਕਾਂ ਨੇ ਫਿਰ ਲੈ ਕੇ ਤੋੜ ਕੇ ਵੀ ਆਪਣਾ ਮਿਹਨਤ ਮਜ਼ਦੂਰੀ ਕਰਨੀ, ਉਹਨਾਂ ਨੇ ਫਿਰ ਕਮਾਉਣਾ। ਹਾਂ, ਉਹਨਾਂ ਨੇ ਵੀ ਕਮਾਉਣਾ ਹੁੰਦਾ। ਹਾਂਜੀ, ਜਾਮਣ ਬਹੁਤ ਮੁਫੀਦ ਚੀਜ਼ ਹੈ ਜੀ। ਇਹ 10-15 ਦਿਨ ਦੀ ਹੈ ਫਸਲ ਜਾਂ ਫਲ। ਬਹੁਤ ਅੱਛਾ ਖਾਣ ਦੀ ਔਰ ਇਹ ਹਰ ਮਰਜ਼ ਲਈ ਠੀਕ ਆ। ਖਸੂਸਨ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਅਕਸੀਰ ਹੈ। ਇਹਦੇ ਤੋਂ ਇਲਾਵਾ ਪੇਟ ਦੇ ਵਿੱਚ ਕੋਈ ਸੂਈ, ਕਾਂਟਾ, ਈਵਨ ਬਾਲ ਕਿਸੇ ਸ਼ੈ ਨਾਲ ਨਹੀਂ ਗਲਦਾ, ਜਾਮਣ ਦੇ ਨਾਲ ਉਹ ਵੀ ਗਲ ਜਾਂਦਾ। ਔਰ ਹਕੀਮ ਹਜ਼ਰਾਤ ਦੱਸਦੇ ਆ ਕਿ ਜਾਮਣ ਬੰਦੇ ਨੂੰ ਹਰ ਸਾਲ ਕਮ ਅਜ਼ ਕਮ ਇੱਕ ਵਾਰ ਪੇਟ ਭਰ ਕੇ ਜ਼ਰੂਰ ਖਾ ਲੈਣੀ ਚਾਹੀਦੀ ਆ।
ਤੇ ਜਾਮਣ ਖਾ ਕੇ ਕਹਿੰਦੇ ਪਾਣੀ ਨਹੀਂ ਪੀਣਾ। ਕੁਛ ਵੀ ਨਹੀਂ ਹੁੰਦਾ ਜੀ, ਅਸੀਂ ਤੇ ਰੱਜ ਰੱਜ ਇਹ ਕਹਿੰਦੇ ਪਾਣੀ ਕੁਛ ਨਹੀਂ ਹੁੰਦਾ, ਰੱਜ ਰੱਜ ਪੀਂਦੇ। ਆਮ ਲੋਕ ਕਹਿੰਦੇ ਬੰਨ ਪੈ ਜਾਂਦਾ। ਕੱਖ ਨਹੀਂ ਹੁੰਦਾ ਜੀ। ਅੱਛਾ ਜੀ, ਇਹ ਵਾ ਵੀ ਖਾਓ ਰੱਜ ਕੇ, ਰੱਜ ਕੇ ਖਾਓ। ਨਾ ਖਾਓ ਨਾਰਮਲ ਖਾਓਗੇ ਨੁਕਸਾਨ ਹੈਗਾ। ਪਾਈਆ ਲੈ ਕੇ ਸਾਰਾ ਟੱਬਰ ਨਾ ਖਾਓ, ਇੱਕ ਇੱਕ ਜਣਾ ਅੱਧਾ ਅੱਧਾ ਕਿਲੋ ਖਾਓ। ਹੈ ਹਾਂ, ਪੇਟ ਰੱਜ ਕੇ ਖਾਓ, ਪਾਣੀ ਪੀਓ, ਰੋਟੀ ਖਾਓ, ਇਹਦਾ ਨੁਕਸਾਨ ਕੋਈ ਨਹੀਂ। ਠੀਕ ਹੋ ਅਗਰ ਗਿਆ। ਤੁਸੀਂ ਕੰਮ ਖਾਓਗੇ ਇਹਦਾ ਨੁਕਸਾਨ ਹੋਏਗਾ, ਗੈਸ ਪੈਦਾ ਕਰੇਗਾ। ਅੱਛਾ, ਹਾਂ, ਤੇਰਾ ਨਾਂ ਕੀ ਬਈ? ਮੇਰਾ ਨਾਮ ਹਮਜ਼ਾ, ਤੁਹਾਡੇ ਕੋਲ ਆਇਆ ਨਹੀਂ, ਮੈਂ ਹੀ ਸਵਾਲ ਕੀਤਾ ਸੀ। ਹਮਜ਼ਾ ਸਾਹਿਬ ਇਹ ਕਹਿ ਰਹੇ ਆ ਕਿ ਜਨਾਬ ਰੱਜ ਕੇ ਖਾਓ ਤੇ ਫਿਰ ਜੋ ਮਰਜੀ ਇਹਦੇ ਮਗਰੋਂ ਜਿੰਨਾ ਮਰਜੀ ਪਾਣੀ ਪੀਵੋ, ਕੁਛ ਨਹੀਂ ਹੁੰਦਾ। ਤੇ ਜੇ 4 ਜਾਮਣਾ ਖਾ ਕੇ ਫੇਰ ਪਾਣੀ ਪੀਣਾ ਤੇ ਬੰਨ ਨਹੀਂ ਪੈਣਾ। ਹਾਂਜੀ, ਇਦਾਂ ਹੀ ਗੱਲ ਆ ਜਦੋਂ ਗੈਸ ਪੈਦਾ ਹੋ ਜਾਂਦੀ ਹੈ ਜੀ, ਫਿਰ ਗੈਸ ਪੈਦਾ ਹੋ ਜਾਂਦੀ ਆ। ਅੱਛਾ ਜੀ ਹਮਜ਼ਾ ਸਾਹਿਬ, ਇੱਥੋਂ ਤੁਸੀਂ ਹੁਣ ਇਹਨਾਂ ਡੱਲਾਂ 'ਚ ਲਿਜਾਣੀਆਂ? ਹਾਂਜੀ, ਅਸੀਂ ਇਹਨਾਂ 'ਚ ਡੱਲਾਂ 'ਚ ਡੱਲਾਂ ਇਹ ਕਿੱਥੇ ਲਿਜਾਣੀਆਂ ਫਿਰ? ਬੱਸ ਤੇ ਲੱਦਣੀਆਂ? ਲਾਹੌਰ ਜਾਣੀਆਂ, ਬਦਾਮੀ ਬਾਗ, ਉੱਥੇ ਜਾ ਕੇ ਸਾਡੀ ਬੋਲੀ ਹੋਏਗੀ ਜੀ। ਅੱਛਾ ਜੀ, ਇਹਨਾਂ ਨੂੰ ਅਸੀਂ ਪਲਟੀ ਕਰਾਂਗੇ, ਫਿਰ ਗਾਹਕ ਪਏਗਾ। ਅੱਛਾ ਜੀ, ਉਹ ਫਿਰ ਬੋਲੀ ਆ 100 ਤੋਂ ਸ਼ੁਰੂ ਕਰੇਗਾ, 110 ਤੇ 20 ਤੇ ਜਿੱਥੇ ਠੀਕ ਹੈ। ਗਾਹਕ ਟਿਕ ਜਾਣਾ, ਫਿਰ ਉਹਨੇ ਕਹਿਣਾ ਜੀ ਮੈਨੂੰ ਇੰਨੀਆਂ ਧਰੀਆਂ ਦੇ ਦਿਓ, ਅਸੀਂ ਫਿਰ ਧਰੀਆਂ ਦੇ ਦੇਵਾਂਗੇ। ਅੱਛਾ ਜੀ, ਧੜੀਆਂ ਨਾ ਵੇਚਦੇ ਆ? ਹਾਂਜੀ, ਧਰੀਆਂ ਨਾ ਹੁੰਦਾ। ਠੀਕ ਹੈ, ਉੱਥੇ ਜਾ ਕੇ ਢੇਰੀਆਂ ਲਾ ਦੇਣੀਆਂ ਹੁੰਦੀਆਂ? ਉਹਨੇ ਪਸੰਦ ਕਰਨਾ ਹਾਂਜੀ, ਤੇ ਉਹਨੇ ਫਿਰ ਆਰਤੀ ਆਉਣਾ ਜੀ। ਹਾਂਜੀ, ਉਹਨੇ ਫਿਰ ਬੋਲੀ ਸ਼ੁਰੂ ਕਰਨੀ ਹੈ। ਅੱਛਾ ਜੀ, ਬੋਲੀ ਕਰਨੀ ਹੈ ਜੀ, ਉਹਨੇ ਆਪਣਾ ਫਿਰ ਗਾਹਕ ਨੇ ਜਿੱਥੇ ਟਿਕ ਜਾਣਾ, ਫਿਰ ਉੱਥੇ ਉਹਨੇ ਕਹਿਣਾ ਜੀ ਠੀਕ ਜੀ ਮੈਨੂੰ ਇੰਨੀ ਤੋੜ ਦਿਓ। ਠੀਕ ਹੈ ਜੀ। ਅਸੀਂ ਕਹਿ ਕੀ ਤੋੜ। ਪੈਸੇ ਤੁਹਾਨੂੰ ਕਿੱਦਾਂ ਦਿੰਦਾ ਆੜਤੀ? ਵੈਸੇ ਜੀ ਇਹ ਆਪਣਾ ਜਿੰਨੀਆਂ ਧਰੀਆਂ ਹੋ ਜਾਣੀਆਂ, ਮਿਸਾਲ ਦੇ ਤੌਰ ਤੇ 150 ਸਾਡੀ ਤੁਲ ਗਈ ਹੈ, 10 ਧਰੀਆਂ ਹੋਈਆਂ, ਹਾਂਜੀ, 1500 ਰੁਪਏ ਅਸੀਂ ਦੇ ਦੇਣਾ। ਤੁਹਾਨੂੰ 1500 ਆੜਤੀ ਨੇ ਦੇ ਦੇਣਾ? ਹਾਂਜੀ, ਉਹਦੇ ਕੋਲ ਲੈ ਕੇ ਦੇਣੇ ਜਿਹਨੇ ਫਰੋਖਤ ਕਰਨੀ, ਜਿਹਨੇ ਮਾਲ ਲੈਣਾ ਜੀ, ਉਹਦੇ ਖਰੀਦਣਾ ਹੈ। ਇਹ ਲਾਹੌਰ ਮੰਡੀ 'ਚ ਕਿੰਨੇ ਕ ਆੜਤੀ ਜਾਮਣਾ ਦੇ? ਤਕਰੀਬਨ ਕੋਈ 100-150 ਆਦਤੀ ਹੈ ਜਾਮਣਾ ਦਾ ਬਾਵਾ ਜਾਮਣਾ ਆਉਂਦੀਆਂ ਫਿਰ ਤਾਂ। ਜਾਮਣਾ। ਅੱਛਾ ਜੀ, ਕੰਗਨਪੁਰ, ਸ਼ਰਕਪੁਰ, ਸਮੁੰਦਰੀ, ਸਾਡਾ ਇਲਾਕਾ। ਅੱਛਾ ਜੀ, ਤੁਹਾਡਾ ਇਲਾਕਾ ਇਹ ਹੋ ਗਿਆ ਫੁੱਲਰਨ ਚੌਕ ਦਾ, ਢਾਬਾਂ ਦਾ, ਮੰਡੀ ਸਫਦਰਾਬਾਦ ਦਾ ਹੈ? ਹਾਂਜੀ, ਡਿਸਟ੍ਰਿਕਟ ਸ਼ੇਖੂਪੁਰ ਜਿਹੜਾ। ਠੀਕ ਆ। ਤੇ ਇਹ ਜਿਹੜੇ ਹੈਗੇ ਆ ਕੋਈ ਆੜਤੀ ਤੰਗ ਵੀ ਕਰਦੇ? ਤੰਗ ਜੀ, ਅਗਰ ਅਸੀਂ ਪੈਸੇ ਉਹਨਾਂ ਕੋਲ ਲਏ ਨੇ, ਅੱਛਾ, ਐਡਵਾਂਸ? ਮਜਬੂਰ ਹੋ ਜਾਣਾ ਜੀ, ਫਿਰ ਅਸੀਂ ਉਹਨਾਂ ਦੇ ਕੋਲ ਮਾਲ ਵੇਚਣਾ ਪੈਂਦਾ ਹੈ। ਉਹ ਫਿਰ ਕੀ ਰੇਟ ਘੱਟ ਲਾਉਂਦੇ ਆ ਜਾਂ ਪੈਸੇ ਨਹੀਂ ਦਿੰਦੇ? ਲਾਉਂਦੇ ਜੀ, ਅੱਛਾ, ਕਿਉਂ ਅਸੀਂ ਫਿਰ ਉਹਨਾਂ ਦੇ ਆਪਣਾ ਨਾ ਮਤਹਿਤ ਚ ਹੋ ਜਾਣਾ। ਠੀਕ ਹੈ, ਅਸੀਂ ਫਿਰ ਗਾਂ ਮਾਲ ਫਰੋਖਤ ਨਹੀਂ ਕਰ ਸਕਦੇ। ਸਹੀ ਹੈ, ਅਸੀਂ ਫਿਰ ਉਹਨਾਂ ਦੇ ਕੋਲ ਜਿਹੜਾ ਨਾ ਠੀਕ ਹੈ, ਰਿਜੈਕਟ ਹੋ ਜਾਣਾ, ਫਿਰ ਅਸੀਂ ਮਾਲ ਉਹਨਾਂ ਨੂੰ ਦੇ ਸਕਦੇ, ਹੋਰ ਕਿਸੇ ਸਹੀ ਨੂੰ ਮਾਲ ਨਹੀਂ ਦੇ ਸਕਦੇ। ਠੀਕ ਹੈ। ਤੇ ਇਹ ਜਾਮਣਾ ਦਾ ਫਾਇਦਾ ਕੀ ਹੈ, ਕੋਈ ਪਤਾ? ਉਹਨਾਂ ਦਾ ਫਾਇਦਾ ਜੀ ਆਪਣਾ ਸ਼ੂਗਰ ਨੂੰ ਕੰਟਰੋਲ ਕਰਦਾ ਹੈ, ਅੱਛਾ, ਇਹ ਮਿਹਦੇ ਨੂੰ ਠੀਕ ਕਰਦਾ ਹੈ, ਖੂਨ ਪੈਦਾ ਕਰਦਾ ਹੈ, ਠੀਕ ਬੰਦੇ ਹੈ, ਦੀ ਜਿਹੜੀ ਗਰਮੀ ਜਿਗਰ ਦੀ ਉਹ ਦੂਰ ਕਰਦਾ ਹੈ। ਠੀਕ ਹੈ ਜੀ। ਇਹ ਹੁਣ ਤੁਸੀਂ ਦੇਖ ਲਓ ਜੀ, ਇਹ ਨਿੱਕੇ ਵੀ ਲੱਗੇ ਆ ਤੇ ਵੱਡੇ ਵੀ ਲੱਗੇ ਆ। ਇਹ 3 ਤੇ 3 6 ਆ ਤੇ 2 ਬੰਦੇ ਉੱਤੇ ਆ, 8 ਬੰਦੇ ਆ। ਇਹ ਸਵੇਰ ਦੇ ਲੱਗੇ ਆ, ਕੱਲਾ ਕੱਲਾ ਦਾਣਾ ਚੁਗਦੇ ਆ, ਫਿਰ ਲਿਜਾਣਾ ਆ। ਤੇ ਇਹਨਾਂ ਦਾ 150 ਨੂੰ ਵਿਕਣਾ ਆ ਧੜੀ, ਤੇ ਉੱਥੇ ਜਾ ਕੇ 300 ਦਾ ਕਿਲੋ ਹੋ ਜਾਣਾ। ਤੇ ਪੰਜੂ ਤੇ 15 150 ਦੀ 1500 ਦੀ ਹੋ ਜਾਣੀ ਆ ਫਿਰ ਧੜੀ, ਜਿਸਲੇ ਪਰਚੂਨ 'ਚ ਜਾਣੀ ਆ। ਉਹਨਾਂ ਨੇ ਜੀ ਆਪਣਾ ਜਾਮ ਨੂੰ ਲੈ ਲੈਣੇ ਨੇ, ਉਹਨਾਂ ਫਿਰ ਫੇਰੀ ਕਰਨੀ, ਮਜ਼ਦੂਰ ਆਦਮੀ ਉਹ ਵੀ ਆਹੋ, ਉਹਨਾਂ ਵੀ ਦਿਹਾੜੀ ਕੱਢਣੀ। ਦਿਹਾੜੀ ਕੱਢਣੀ ਹੈ, ਉਹਨਾਂ ਫਿਰ ਆਪਣਾ ਖਰਚਾ ਪਾਣੀ ਵੀ ਕੱਢਣਾ ਹੈ, ਠੀਕ ਉਹਨਾਂ ਹੈ, ਫਿਰ ਆਪਣਾ ਸਿਗਰਟ ਪਾਣੀ ਵੀ ਕੱਢਣਾ ਹੈ, ਠੀਕ ਹੈ, ਉਹਨਾਂ ਫਿਰ ਹੋਰ ਮਸਾਇਲ ਜਿੰਨੇ ਵੀ ਨੇ ਉਹਨਾਂ ਨੇ ਵਿੱਚੋਂ ਕੱਢ ਕੇ ਆਪਣੀ ਦਿਹਾੜੀ ਪੂਰੀ ਕਰਨੀ ਸ਼ਾਮ। ਠੀਕ ਹੋ ਗਿਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਹਮਜ਼ਾ ਸਾਹਿਬ, ਤੁਹਾਡਾ ਵੀ। ਤੇਰਾ ਨਿੱਕਾ ਕੀ ਨਾਂ ਆ? ਮੇਰਾ ਅਬੂ ਬਕਰ। ਤੇਰਾ ਨਾਂ ਅਬੂ ਬਕਰ? ਅੱਛਾ, ਤੁਹਾਡਾ ਜੀ? ਤੁਸੀਂ ਵੀ ਬੋਲਿਓ। ਮੁਹੰਮਦ ਅਫਜ਼ਲ ਜੀ। ਮੁਹੰਮਦ ਅਫਜ਼ਲ, ਮੁਹੰਮਦ ਅਸਲਮ। ਤੂੰ ਬੋਲੀ ਵੀ ਨਿੱਕਿਆ? ਮੁਹੰਮਦ ਰਜ਼ਵਾਨ। ਮੁਹੰਮਦ ਰਜ਼ਵਾਨ ਜੀ, ਠੀਕ ਹੋ ਗਿਆ। ਤੇ ਉਹ ਜਿਹੜਾ ਚਲਾ ਗਿਆ ਉਹਦਾ ਨਾਂ ਕੀ ਹੈ? ਉਧਰ ਨੂੰ ਨਿੱਕਾ ਗਿਆ ਇੱਕ, ਉਹ ਆ ਗਿਆ, ਉਹ ਵੀ ਮਨੀਬ। ਮਨੀਬ ਸਾਹਿਬ ਆ ਜੀ। ਤੇ ਆ ਉੱਤੇ ਜਿਹੜਾ ਟਾਹਣੀਆਂ ਭੰਨਣ ਡਿਆ ਹੈ, ਮੁਸਤਕੀਮ। ਨਾ ਤੋੜੀਆ ਚਲੋ ਜੀ, ਤੋੜੀ ਜਾਓ, ਆਪਣੀਆਂ ਤੋੜਨੀਆਂ, ਕਿਹੜਾ ਮੇਰੀਆਂ ਤੋੜਨੀਆਂ। ਜਿਹੜਾ ਕੋਈ ਉਹ ਤੇਰਾ ਨਾਂ ਕੀ ਬਈ? ਇਹ ਜੀ ਮਨੀਬ ਸਾਹਿਬ ਨੇ। ਮਨੀਬ ਸਾਹਿਬ ਇੱਥੇ ਖੜੇ ਵੀ ਹੋ ਜਾਓ, ਤੁਹਾਡੀ ਫੋਟੋ ਵੀ ਆ ਜਾਏ। ਇਹ ਜੀ ਮਨੀਬ ਸਾਹਿਬ ਆ। ਦੇਖੋ ਇਹ ਜੱਗੇ ਨੇ ਨਾ ਬਟਨ ਖੋਲੇ ਆ। ਜੱਗਾ ਨਹੀਂ ਹੈਗਾ, ਗਰਮੀ ਬਹੁਤ ਆ, ਗਰਮੀ ਦੀ ਵਜ੍ਹਾ ਤੋਂ ਖੋਲੇ ਆ। ਮੁੰਡੇ ਬਹੁਤ ਅੱਛੇ ਆ ਜੀ। ਬਹੁਤ ਬਹੁਤ ਸ਼ੁਕਰੀਆ ਸਭ ਦਾ। ਪਾਕਿਸਤਾਨ ਜ਼ਿੰਦਾਬਾਦ। ਯਾਰ ਗੱਲ ਸੁਣੋ, ਇੱਕ ਪਾਕਿਸਤਾਨ ਦਾ ਨਾਰਾ ਤਾਂ ਲਾਓ। ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਬਹੁਤ ਬਹੁਤ ਸ਼ੁਕਰੀਆ। ਲੋ ਜੀ, ਇਹ ਬਰਖੁਰਦਾਰ ਮੁਸਤਕੀਮ ਜਿਹੜਾ ਜਾਮਣ ਦੇ ਉੱਤੇ ਚੜਿਆ ਸੀ, ਇਹ 8ਵੀਂ ਜਮਾਤ ਦਾ ਸਟੂਡੈਂਟ ਹੈ ਤੇ ਹੁਣ ਛੁੱਟੀਆਂ ਆ ਤੇ ਆਪਣਾ ਇਹ ਵੀ ਕੰਮ ਕਰਦਾ। ਮੁਸਤਕੀਮ, ਤੇਰੇ ਅੱਬਾ ਜੀ ਦਾ ਕੀ ਨਾਂ? ਮੁਹੰਮਦ ਅਰਸ਼ਦ। ਹੈਗੇ ਕਿ ਫੌਤ ਹੋ ਗਏ? ਤੇ ਤੂੰ ਹੁਣ ਕੰਮ ਕਿਉਂ ਕਰਦਾ ਪੜ੍ਹਾਈ ਛੱਡ ਕੇ?
ਇਹ ਜੀ ਆਪਣੇ ਘਰ ਦਾ ਵਾਹਦ ਕਫੀਲ ਆ। ਇਹ ਪੜ੍ਹਦਾ ਵੀ 8ਵੀਂ ਦੇ ਵਿੱਚ ਤੇ ਵਾਲਦ ਸਾਹਿਬ ਇਹਦੇ ਮਹਿਕਮਾ ਐਜੂਕੇਸ਼ਨ ਦੇ ਵਿੱਚ ਦਰਜਾ ਚਹਾਰਮ 'ਚ ਮੁਲਾਜ਼ਮ ਸੀਗੇ ਤੇ ਘਰ ਦੀ ਗੱਡੀ ਵੀ ਚਲਾਣੀ ਹੈ ਜੀ। ਉਸ ਗੱਡੀ ਚਲਾਉਣ ਵਾਸਤੇ ਫਿਰ ਹੁਣ ਤੇ ਛੁੱਟੀਆਂ ਨਾ ਵੀ ਛੁੱਟੀਆਂ ਹੋਣ ਤੇ ਫਿਰ ਇਹ ਬੱਚਾ ਕੰਮ ਵੀ ਕਰਦਾ ਹੈ। ਬ੍ਰਿਲੀਅੰਟ ਬॉय ਹੈ ਜੀ। ਬਸ ਰੱਬ ਦੀ ਤਕਸੀਮ ਆ, ਜਿਸ ਤਰ੍ਹਾਂ ਉਹਨੇ ਕੀਤੀ ਆ ਉਦੋਂ ਕਰਨਾ ਪੈਂਦਾ। ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ, ਵੀ ਸ਼ਾਦੋ ਆਬਾਦ ਰੱਖੇ। ਨਾਰਾ ਮਾਰ ਦਿਓ ਇੱਕ, ਪਾਕਿਸਤਾਨ जिंदाबाद ਸਵਾਦ ਨਹੀਂ ਆਇਆ, ਪਾਕਿਸਤਾਨ जिंदाबाद ਜ਼ਿੰਦਾਬਾਦ।